ਹੈਲੋ एवरीवन ਵੈਲਕਮ ਟੂ ਸਟੱਡੀ ਸ਼ੌਕਟ ਹਿਅਰ ਸਟੱਡੀ ਬਿਕਮਸ ਈਜ਼ੀਅਰ। ਜਿਵੇਂ ਆਪਾਂ ਨੂੰ ਪਤਾ ਹੈ ਜੀ ਅੱਜ 26 ਮਾਰਚ 2021 ਨੂੰ 3700 ਮਾਸਟਰ ਕੈਡਰ ਦੀ ਜਿਹੜੀ ਹੈ 3704 ਪੋਸਟਾਂ ਦੀ ਰਿਗਾਰਡਿੰਗ ਜਿਹੜੀ ਹੈ 5th ਲਿਸਟ ਜਿਹੜੀ ਜਾਰੀ ਕੀਤੀ ਗਈ ਹੈ, ਜਿਹਦੇ ਵਿੱਚ ਮੈਥ ਦੀ ਗੱਲ ਕਰ ਲਈਏ ਤਾਂ 5th ਲਿਸਟ ਹੈਗੀ ਹੈ ਅਤੇ ਬਾਕੀ ਸਬਜੈਕਟਸ ਦੀ ਅਗਰ ਗੱਲ ਕਰ ਲਈਏ ਤਾਂ 4th ਲਿਸਟ ਹੈਗੀ ਹੈ, ਉਹ ਜਾਰੀ ਕੀਤੀ ਗਈ ਹੈ। ਅਪਾਇੰਟਮੈਂਟ ਲੈਟਰ ਲੈਣ ਲਈ ਵੀ ਉਹਨਾਂ ਨੂੰ ਅੱਜ ਹੀ ਬੁਲਾ ਲਿਆ ਗਿਆ। ਅਤੇ ਉਸ ਤੋਂ ਬਾਅਦ ਹੁਣ ਬਹੁਤ ਸਾਰੇ ਕਮੈਂਟਸ ਇਹੀ ਆ ਰਹੇ ਨੇ ਜੀ ਕਿ ਅਗਲੀ ਇੱਕ ਹੋਰ ਲਿਸਟ ਇਹਨਾਂ ਸਾਰੇ ਸਬਜੈਕਟਸ ਦੀ ਆਏਗੀ ਕਿ ਨਹੀਂ ਆਏਗੀ, ਕਿੰਨੇ ਕੁ ਚਾਂਸਿਸ ਹੈਗੇ ਨੇ ਉਹਨਾਂ ਬਾਰੇ ਦੱਸਿਆ ਜਾਵੇ। ਆਪਾਂ ਇਸ ਵੀਡੀਓ ਦੇ ਵਿੱਚ ਉਹਦੇ ਬਾਰੇ ਗੱਲ ਕਰਾਂਗੇ। ਸ਼ੁਰੂ ਕਰਦੇ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਹਾਨੂੰ ਮੇਰੇ ਚੈਨਲ 'ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ, ਜਿਸ ਨਾਲ ਤੁਹਾਨੂੰ ਆਉਣ ਵਾਲੀ ਸਾਰੀ ਲੇਟੈਸਟ ਵੀਡੀਓ ਦੀ ਅਪਡੇਟ ਟਾਈਮ ਸਿਰ ਤੇ ਸਭ ਤੋਂ ਪਹਿਲਾਂ ਮਿਲੇਗੀ। ਹਾਂਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਪੰਜਾਬੀ ਦੀ। ਦੇਖੋ ਪੰਜਾਬੀ ਦੀ ਅਗਰ ਆਪਾਂ ਐਨਾਲਿਸਿਸ ਕਰੀਏ ਪੂਰੀ ਲਿਸਟਸ ਦਾ, ਅਤੇ ਇਹਦੇ ਵਿੱਚ SC MNB ਸਪੋਰਟਸ ਦੀਆਂ 2 ਪੋਸਟਾਂ ਨੇ ਜਿਹੜੀਆਂ ਉਹ ਵੇਕੈਂਟ ਰਹਿੰਦੀਆਂ ਨੇ ਜੀ। ਬਾਕੀ ਪੋਸਟਾਂ ਜਿਹੜੀਆਂ ਉਹ ਫਿਲ ਹੋ ਚੁੱਕੀਆਂ, ਯਾਨੀ ਕਿ ਇੱਕ ਵਾਰ ਉਹਨਾਂ ਨੇ ਉਸ 'ਤੇ ਸਿਲੈਕਸ਼ਨ ਪ੍ਰੋਸੈਸ ਲਈ ਕੈਂਡੀਡੇਟਸ ਨੂੰ ਬੁਲਾ ਲਿਆ ਗਿਆ। ਬਾਕੀ ਐਬਸੈਂਟ ਹੋਣ ਕਰਕੇ ਜਾਂ ਫਿਰ ਡਬਲਿੰਗ ਕਰਕੇ ਅਗਰ ਕੋਈ ਸੀਟ ਵੇਕੈਂਟ ਹੁੰਦੀ ਹੈ ਤਾਂ ਜਿਹੜੀ ਹੈ, ਕਿਉਂਕਿ ਪੰਜਾਬੀ ਨਾਲ ਜਿਹੜੇ ਹੋਰ ਵੀ ਸਬਜੈਕਟਸ ਦਾ ਕੰਬੀਨੇਸ਼ਨ ਬਣ ਜਾਂਦਾ, SS ਦਾ ਕੰਬੀਨੇਸ਼ਨ ਬਣ ਜਾਂਦਾ, ਤਾਂ ਉਸ ਕਰਕੇ ਅਗਰ ਕੋਈ ਸੀਟ ਵੇਕੈਂਟ ਹੁੰਦੀ ਹੈ ਤਾਂ ਇੱਥੇ ਚਾਂਸਿਸ ਹੈਗੇ ਆ। ਲੇਕਿਨ ਫਿਲਹਾਲ ਜੋ ਲਿਸਟਾਂ ਉਹਨਾਂ ਨੇ ਦਿੱਤੀਆਂ ਨੇ ਉਸ ਬੇਸਿਸ 'ਤੇ ਅਗਰ ਆਪਾਂ ਗੱਲ ਕਰੀਏ ਤਾਂ SC MNB ਸਪੋਰਟਸ ਦੇ ਵਿੱਚੋਂ 2 ਸੀਟਾਂ ਜਿਹੜੀਆਂ ਇੱਥੇ ਖਾਲੀ ਪਈਆਂ ਨੇ ਅਤੇ 2 ਸੀਟਾਂ ਦੀ ਜਿਹੜੀ ਲਿਸਟ ਹੈ ਉਹ ਆ ਸਕਦੀ ਹੈ। ਇਸ ਤੋਂ ਇਲਾਵਾ ਜਿਹੜੀ ਹੈ ਅਗਰ ਆਪਾਂ SS ਦੀ ਗੱਲ ਕਰ ਲਈਏ, SS ਲਈ ਬਹੁਤ ਸਾਰੇ ਕਮੈਂਟਸ ਆ ਰਹੇ ਸੀ। SS ਦੇ ਵਿੱਚ ਅਗਰ ਆਪਾਂ ਸਾਰੀ ਲਿਸਟ ਨੂੰ ਧਿਆਨ ਨਾਲ ਦੇਖੀਏ ਜੀ ਤਾਂ SC MNB ਸਪੋਰਟਸ ਦੀ 1 ਸੀਟ ਜਿਹੜੀ ਹੈ ਇੱਥੇ ਵੇਕੈਂਟ ਹੈਗੀ ਹੈ SS ਦੇ ਵਿੱਚ। ਕਿਉਂਕਿ SS ਦੇ ਵਿੱਚ ਵੀ ਫਿਰ ਮੈਂ ਉਹੀ ਗੱਲ ਕਰਾਂ ਕਿ SS ਦੇ ਵਿੱਚ ਵੀ ਦੇਖੋ ਐਬਸੈਂਟ ਹੀ ਹੋ ਸਕਦੀ ਹੈ। ਬਾਕੀ ਡਬਲਿੰਗ ਦਾ ਕੇਸ SS ਨਾਲ ਹੁੰਦਾ, ਕਿਉਂਕਿ SS ਦੀ ਜਿਹੜੀ ਕੰਬੀਨੇਸ਼ਨ ਹੈ ਕੈਂਡੀਡੇਟਸ ਦੇ ਉਹ ਪੰਜਾਬੀ ਨਾਲ ਵੀ ਬਣ ਜਾਂਦੇ ਆ, ਇੰਗਲਿਸ਼ ਨਾਲ ਵੀ ਬਣ ਜਾਂਦੇ ਨੇ, SS ਨਾਲ ਕਾਫੀ ਸਬਜੈਕਟਸ ਦੇ ਕੰਬੀਨੇਸ਼ਨ ਬਣ ਜਾਂਦੇ ਆ। ਤਾਂ ਉੱਦਾਂ ਕਰਕੇ ਇੱਥੇ ਜਿਹੜੀ ਸੀਟਾਂ ਨੇ ਉਹ ਵੇਕੈਂਟ ਹੋ ਸਕਦੀਆਂ ਨੇ ਅਤੇ ਹੋਰ ਜਿਹੜੀਆਂ ਉਹ ਲਿਸਟ ਆ ਸਕਦੀ ਹੈ। ਲੇਕਿਨ ਫਿਲਹਾਲ ਜਿਹੜੀਆਂ ਲਿਸਟ ਆਈਆਂ ਨੇ ਅਗਰ ਆਪਾਂ ਉਹਨਾਂ ਨੂੰ ਐਨਾਲਿਸਿਸ ਕਰੀਏ ਤਾਂ SC MNB ਸਪੋਰਟਸ ਦੀ 1 ਸੀਟ ਜਿਹੜੀ ਹੈ ਇੱਥੇ ਵੇਕੈਂਟ ਹੈਗੀ ਹੈ। ਉਸ ਤੋਂ ਬਾਅਦ ਅਗਰ ਆਪਾਂ ਹਿੰਦੀ ਦੀ ਗੱਲ ਕਰ ਲਈਏ ਤਾਂ ਹਿੰਦੀ ਦੀ ਜਿਹੜੀ ਹੈਗੀ ਹੈ ਜਨਰਲ ਸਪੋਰਟਸ ਦੇ ਵਿੱਚ 1 ਸੀਟ ਜਿਹੜੀ ਆ ਉਹ ਵੇਕੈਂਟ ਹੈਗੀ ਆ ਹਿੰਦੀ ਦੇ ਵਿੱਚ, ਜੋ ਲਿਸਟਾਂ ਦੇ ਮੁਤਾਬਿਕ ਦਿਖਾਈ ਦੇ ਰਹੀ ਹੈਗੀ। ਬਾਕੀ ਫਿਰ ਮੈਂ ਉਹੀ ਕਹਾਂਗੀ ਜਨਰਲ ਜਿਹੜੀ ਸਪੋਰਟਸ ਦੀ ਤਾਂ 1 ਲਿਸਟ ਹੈਗੀ ਹੋਈ ਹੈ, ਪਰ ਅਗਰ ਐਬਸੈਂਟ ਜਾਂ ਡਬਲਿੰਗ ਕਰਕੇ ਅਗਰ ਕੋਈ ਕੈਂਡੀਡੇਟ ਇੱਥੇ ਸੀਟ ਖਾਲੀ ਹੁੰਦੀ ਹੈ ਤਾਂ ਜ਼ਰੂਰ ਉਹਦੀ ਲਿਸਟ ਆਏਗੀ। ਅਦਰਵਾਈਜ਼ ਜਿਹੜੀਆਂ ਇਹ ਹੈਗੀਆਂ ਨੇ ਪੰਜਾਬੀ ਦੇ ਵਿੱਚ SC MNB ਸਪੋਰਟਸ ਦੀਆਂ 2 ਸੀਟਾਂ, SS ਦੇ ਵਿੱਚ SC MNB ਸਪੋਰਟਸ ਦੀਆਂ 1 ਸੀਟ ਅਤੇ ਹਿੰਦੀ ਦੇ ਵਿੱਚ ਜਨਰਲ ਸਪੋਰਟਸ ਦੀ 1 ਸੀਟ ਜਿਹੜੀ ਆ ਉਹ ਖਾਲੀ ਪਈ ਹੈ। ਅਤੇ ਇਹ ਹੈਗਾ ਜੀ ਲਿਸਟ ਦੇ ਬੇਸ 'ਤੇ ਐਨਾਲਿਸਿਸ ਹੁਣ ਤੱਕ ਦਾ। ਇਸ ਤੋਂ ਬਾਅਦ ਆਪਾਂ ਗੱਲ ਕਰ ਲੈਂਦੇ ਹਾਂ ਅਗਲੇ ਸਬਜੈਕਟਸ ਦੀ। ਹਾਂਜੀ, ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਸਾਇੰਸ ਦੀ। ਸਾਇੰਸ ਦੇ ਵਿੱਚ ਅਗਰ ਆਪਾਂ ਜਨਰਲ ESM ਦੀ ਗੱਲ ਕਰ ਲਈਏ ਤਾਂ 8 ਸੀਟਾਂ ਜਿਹੜੀਆਂ ਹਾਲੇ ਇੱਥੇ ਵੇਕੈਂਟ ਹੈਗੀਆਂ ਨੇ ਸਾਇੰਸ ਦੇ ਵਿੱਚ। ਜਨਰਲ ESM ਦੀਆਂ 8 ਸੀਟਾਂ ਵੇਕੈਂਟ ਹੈ, ਮਤਲਬ ਡੀ ਰਿਜ਼ਰਵ ਹੋਣੀਆਂ ਬਾਕੀ ਨੇ। ਇਸੇ ਤਰ੍ਹਾਂ ਜਨਰਲ ਸਪੋਰਟਸ ਦੀਆਂ ਜਿਹੜੀਆਂ ਨੇ 46 ਸੀਟਸ ਯਾਨੀ 46 ਸੀਟਾਂ ਇੱਥੇ ਹਾਲੇ ਖਾਲੀ ਪਈਆਂ ਨੇ, ਜਿਹੜੀਆਂ ਹਾਲੇ ਤੱਕ ਡੀ ਰਿਜ਼ਰਵ ਨਹੀਂ ਹੋਈਆਂ ਜਾਂ ਇਹਦੀ ਲਿਸਟ ਨਹੀਂ ਆਈ, ਚਾਹੇ ਉਹ ਸਪੋਰਟਸ ਦੇ ਅੰਡਰ ਹੀ ਆਵੇ ਜਾਂ ਫਿਰ ਡੀ ਰਿਜ਼ਰਵ ਹੋਣ। ਅਤੇ ਇਹ ਜਿਹੜੀਆਂ ਸੀਟਾਂ ਹਾਲੇ ਖਾਲੀ ਪਈਆਂ, ਅਗਰ ਆਪਾਂ ਇਹਨਾਂ ਦੋਨਾਂ ਨੂੰ ਹੀ ਮਿਲਾ ਲਈਏ ਯਾਨੀ ਕਿ 8 ਸੀਟਾਂ ਅਗਰ ਆਪਾਂ ਕਹਿ ਲਈਏ ਜਨਰਲ ESM ਦੀਆਂ ਅਤੇ 46 ਸੀਟਾਂ ਜਿਹੜੀਆਂ ਜਨਰਲ ਸਪੋਰਟਸ ਦੀਆਂ ਆਪਾਂ ਕਹਿ ਲਈਏ ਤਾਂ ਟੋਟਲ 54 ਸੀਟਸ ਨੇ ਜਿਹੜੀਆਂ ਉਹ ਇੱਥੇ ਬਣਦੀਆਂ ਨੇ, ਜਿਹੜੀਆਂ ਹਾਲੇ ਖਾਲੀ ਪਈਆਂ ਨੇ। ਉਸ ਤੋਂ ਬਾਅਦ ਫਿਜ਼ੀਕਲੀ ਹੈਂਡੀਕੈਪ ਦੇ ਵਿੱਚ ਅਗਰ ਆਪਾਂ ਗੱਲ ਕਰ ਲਈਏ ਤਾਂ ਵਿਜ਼ੂਅਲ ਦੀਆਂ 22 ਪੋਸਟਾਂ ਜਿਹੜੀਆਂ ਇੱਥੇ ਖਾਲੀ ਪਈਆਂ ਨੇ, ਹੀਅਰਿੰਗ ਦੀਆਂ 19 ਅਤੇ ਜਿਹੜੀਆਂ ਇੰਟਲੈਕਚੁਅਲ ਦੀਆਂ ਹੁੰਦੀਆਂ ਨੇ ਜੀ ਉਹ 10 ਸੀਟਾਂ ਇੱਥੇ ਵੇਕੈਂਟ ਪਈਆਂ, ਕਿਉਂਕਿ ਇਸ ਦੇ ਅੰਡਰ ਕੋਈ ਕੈਂਡੀਡੇਟ ਸੀਗਾ ਹੀ ਨਹੀਂ। ਅਤੇ ਟੋਟਲ ਜਿਹੜੀਆਂ ਨੇ ਉਹ 51 ਸੀਟਾਂ ਇੱਥੇ ਫਿਜ਼ੀਕਲੀ ਹੈਂਡੀਕੈਪ ਦੀਆਂ ਵੇਕੈਂਟ ਪਈਆਂ ਨੇ। ਲੇਕਿਨ ਜਿੱਥੇ ਤੱਕ ਮੈਨੂੰ ਸੁਣਨ ਦੇ ਵਿੱਚ ਆਇਆ ਕਿ ਜਿਹੜੀ ਫਿਜ਼ੀਕਲ ਹੈਂਡੀਕੈਪ ਦੀਆਂ ਸੀਟਾਂ ਹੁੰਦੀਆਂ ਨੇ ਉਹ ਡੀ ਰਿਜ਼ਰਵ ਕਰਕੇ ਜਿਹੜੀਆਂ ਮਤਲਬ ਦੂਸਰੇ ਹੀ ਡਿਸੇਬਲ ਜਿਹੜਾ ਕੋਈ ਕੈਟੇਗਰੀ ਦੇ ਵਿੱਚ ਕੈਂਡੀਡੇਟਸ ਹੁੰਦੇ ਆ ਉਹਨਾਂ ਨੂੰ ਦੇ ਦਿੰਦੇ ਨੇ। ਲੇਕਿਨ ਉਸ ਤੋਂ ਬਾਅਦ ਜਿਹੜੀਆਂ ਵੇਕੈਂਟ ਰਹਿ ਜਾਂਦੀਆਂ ਨੇ ਉਹ ਅੱਗੇ ਡੀ ਰਿਜ਼ਰਵ ਹੋ ਕੇ ਓਪਨ ਵਿੱਚ ਜਾਂ ਕਿਸੇ ਹੋਰ ਕੈਟੇਗਰੀ ਨੂੰ ਨਹੀਂ ਜਾਂਦੀਆਂ, ਜਿੱਥੇ ਤੱਕ ਮੈਨੂੰ ਪਤਾ ਲੱਗਿਆ। ਬਾਕੀ ਇਸ ਵਾਰ ਸਰਕਾਰ ਕੀ ਕਰਦੀ ਹੈ, ਇਹਨਾਂ ਸੀਟਾਂ ਦਾ ਕਿਵੇਂ ਇਹਨਾਂ ਨੂੰ ਫਿਲ ਕਰਦੀ ਹੈ ਜਾਂ ਨਹੀਂ ਕਰਦੀ, ਜਾਂ ਅਗਲੀ ਵਾਰ ਬੈਕਲੌਗ 'ਚ ਲਗਾਉਂਦੀ ਹੈ, ਤਾਂ ਉਹ ਜਿਹੜੇ ਲਿਸਟਾਂ ਆਉਣ 'ਤੇ ਪਤਾ ਚੱਲ ਸਕਦਾ। ਇੱਥੇ ਹੈ ਲਿਸਟਾਂ ਨੂੰ ਅਗਰ ਆਪਾਂ ਦੇਖੀਏ ਸਾਇੰਸ ਦੇ ਵਿੱਚ ਜਨਰਲ ESM ਦੀਆਂ ਅਤੇ ਜਨਰਲ ਸਪੋਰਟਸ ਦੀਆਂ ਟੋਟਲ ਮਿਲਾ ਕੇ 54 ਸੀਟਾਂ ਖਾਲੀ ਪਈਆਂ ਨੇ। ਬਾਕੀ ਦੇਖੋ ਸਾਇੰਸ ਇੱਕ ਐਸਾ ਸਬਜੈਕਟ ਹੈ ਜਿਸ ਦੇ ਵਿੱਚ ਸਾਇੰਸ ਔਰ ਮੈਥਸ ਦਾ ਕੰਬੀਨੇਸ਼ਨ ਹੁੰਦੇ ਆ, ਡਬਲਿੰਗ ਵਾਲੇ ਕੈਂਡੀਡੇਟਸ ਬਹੁਤ ਜ਼ਿਆਦਾ ਹੁੰਦੇ ਆ, ਤਾਂ ਉਹਨਾਂ ਕਰਕੇ ਇੱਥੇ ਸੀਟਸ ਹੋਰ ਵੀ ਵੇਕੈਂਟ ਹੋ ਸਕਦੀਆਂ ਨੇ ਅਤੇ ਲਿਸਟ ਹੋਰ ਵੀ ਆ ਸਕਦੀ ਹੈ। ਬਟ ਅਗਰ ਆਪਾਂ ਸਿੱਧਾ ਦੇਖੀਏ 54 ਸੀਟਾਂ ਤਾਂ ਉੱਪਰ ਖਾਲੀ ਪਈਆਂ ਨੇ, 51 ਫਿਜ਼ੀਕਲੀ ਹੈਂਡੀਕੈਪ ਦੀਆਂ ਖਾਲੀ ਪਈਆਂ ਨੇ ਅਤੇ 1 ਲਿਸਟ ਤਾਂ ਹੋਰ ਜਿਹੜੀ ਇਹਨਾਂ ਦੀ ਪੱਕਾ ਬਣਦੀ ਹੀ ਹੈ। ਅਤੇ ਸਾਇੰਸ ਵਾਲਿਆਂ ਨੂੰ ਤਾਂ ਟੈਨਸ਼ਨ ਲੈਣ ਦੀ ਲੋੜ ਨਹੀਂ, ਕਿਉਂਕਿ 1 ਲਿਸਟ ਜਿਹੜੀ ਹੈ ਹਲੇ ਹੋਰ ਪੱਕਾ ਆਏਗੀ ਇਸ ਦੀ। ਹਾਂਜੀ, ਨੈਕਸਟ ਆਪਾਂ ਮੈਥਸ ਦੀ ਗੱਲ ਕਰ ਲੈਂਦੇ ਹਾਂ। ਮੈਥਸ ਦੇ ਵਿੱਚ ਵੀ ਜਨਰਲ ESM ਦੀਆਂ 28 ਸੀਟਾਂ ਨੇ ਜਿਹੜੀਆਂ ਉਹ ਹਲੇ ਵੇਕੈਂਟ ਪਈਆਂ ਨੇ, ਜਿਹੜੀਆਂ ਹਲੇ ਡੀ ਰਿਜ਼ਰਵ ਨਹੀਂ ਹੋਈਆਂ। ਇਸੇ ਤਰ੍ਹਾਂ ਜਨਰਲ ਸਪੋਰਟਸ ਦੇ ਵਿੱਚ 5 ਸੀਟਾਂ ਜਿਹੜੀਆਂ ਹਲੇ ਵੇਕੈਂਟ ਪਈਆਂ ਨੇ, ਤਾਂ ਇਹਨਾਂ ਦੋਨਾਂ ਨੂੰ ਮਿਲਾ ਕੇ ਟੋਟਲ ਜਿਹੜੀਆਂ ਨੇ 33 ਸੀਟਸ ਜਿਹੜੀਆਂ ਮੈਥਸ ਦੇ ਵਿੱਚ ਸਿੱਧੀਆਂ ਖਾਲੀ ਪਈਆਂ ਨੇ।
ਔਰ ਫਿਜ਼ੀਕਲੀ ਹੈਂਡੀਕੈਪ ਦੀ ਅਗਰ ਆਪਾਂ ਗੱਲ ਕਰ ਲਈਏ ਤਾਂ ਉਹਦੇ ਵਿੱਚ ਵਿਜ਼ੂਅਲ ਦੀਆਂ 16, ਹੀਅਰਿੰਗ ਦੀ 22 ਤੇ ਇੰਟੈਲੈਕਚੁਅਲ ਦੀ 8 ਪੋਸਟਾਂ, ਟੋਟਲ 46 ਪੋਸਟਾਂ ਜਿਹੜੀਆਂ ਇੱਥੇ ਖਾਲੀ ਪਈਆਂ ਨੇ ਫਿਜ਼ੀਕਲੀ ਹੈਂਡੀਕੈਪ ਦੀਆਂ। ਤਾਂ ਮੈਥਸ ਦੇ ਵਿੱਚ ਅਗਰ ਆਪਾਂ ਸਿੱਧਾ ਦੇਖੀਏ ਤਾਂ 33 ਪੋਸਟਾਂ ਇਹ ਤੇ 46 ਪੋਸਟਾਂ ਫਿਜ਼ੀਕਲ ਹੈਂਡੀਕੈਪ ਦੀਆਂ ਖਾਲੀ ਪਈਆਂ ਨੇ। ਹੁਣ ਦੇਖੋ ਫਿਜ਼ੀਕਲ ਹੈਂਡੀਕੈਪ ਦੀ ਜਿਹੜੀ ਸੀਟਸ ਨੇ ਉਹਨਾਂ ਨਾਲ ਸਰਕਾਰ ਕੀ ਕਰਦੀ ਹੈ। ਬਾਕੀ 33 ਪੋਸਟਾਂ 'ਤੇ ਤਾਂ ਜਿਹੜੀ ਹੈ ਉਹ ਲਿਸਟ ਇੱਕ ਹੋਰ ਆਏਗੀ ਹੀ ਆਏਗੀ। ਅਤੇ ਜਿਹੜੀ ਡਬਲਿੰਗ ਕਰਕੇ ਜਿਹੜੇ ਇਹਦੇ ਵਿੱਚੋਂ ਬੱਚੇ ਨਿਕਲਣਗੇ ਜਾਂ ਫਿਰ ਐਬਸੈਂਟੀ ਹੋਣ ਕਰਕੇ ਜਿਹੜੇ ਕੈਂਡੀਡੇਟਸ ਇੱਥੋਂ ਨਿਕਲਦੇ ਆ ਜਾਂ ਕੋਈ ਉਸ ਏਰੀਆ ਦੇ ਵਿੱਚ ਨਹੀਂ ਲੈਣਾ ਚਾਹੁੰਦਾ ਜੋਬ ਉਸ ਕਰਕੇ ਕੋਈ ਨਿਕਲਦੇ ਆ ਕੈਂਡੀਡੇਟਸ, ਤਾਂ ਇੱਕ ਸੀਟਸ ਹੋਰ ਵੀ ਵੇਕੈਂਟ ਹੋ ਸਕਦੇ ਨੇ। ਬਾਕੀ ਜਿੰਨੀਆਂ ਸੀਟਸ ਮੈਂ ਤੁਹਾਨੂੰ ਇਸ ਟਾਈਮ ਸਕਰੀਨ 'ਤੇ ਦਿਖਾ ਰਹੀ ਹਾਂ ਇਹਨਾਂ 'ਤੇ ਤਾਂ ਪੱਕਾ ਇੱਕ ਲਿਸਟ ਹੋਰ ਜਿਹੜੀ ਆ ਆਏਗੀ। ਤਾਂ ਮੈਥ ਵਾਲਿਆਂ ਨੂੰ ਵੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ, ਇੱਕ ਲਿਸਟ ਜਿਹੜੀ ਆ ਮੈਥ ਦੀ ਹੋਰ ਆਏਗੀ। ਹਾਂਜੀ, ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਇੰਗਲਿਸ਼ ਦੀ। ਤਾਂ ਇੰਗਲਿਸ਼ ਦੇ ਵਿੱਚ ਜਰਨਲ ESM ਦੀ ਅਗਰ ਆਪਾਂ ਗੱਲ ਕਰ ਲਈਏ 24 ਸੀਟਸ ਜਿਹੜੀਆਂ ਹਲੇ ਵੇਕੈਂਟ ਪਈਆਂ ਨੇਗੀਆਂ, ਅਤੇ ਨਾਲ ਹੀ ਜਰਨਲ ਸਪੋਰਟਸ ਦੀ ਆਪਾਂ ਗੱਲ ਕਰ ਲਈਏ ਤਾਂ 15 ਸੀਟਸ ਜਿਹੜੀਆਂ ਨੇ ਇੱਥੇ ਵੇਕੈਂਟ ਪਈਆਂ ਨੇ। ਤਾਂ ਜਰਨਲ ESM ਦੀ ਅਤੇ ਜਰਨਲ ਸਪੋਰਟਸ ਦੀਆਂ ਅਗਰ ਇਹਨਾਂ ਦੋਨਾਂ ਨੂੰ ਮਿਲਾ ਲਈਏ ਤਾਂ ਟੋਟਲ 39 ਸੀਟਸ ਨੇ ਜਿਹੜੀਆਂ ਹਲੇ ਵੇਕੈਂਟ ਪਈਆਂ ਨੇ, ਜਿਨ੍ਹਾਂ ਦੀ ਲਿਸਟ ਆਉਣੀ ਬਾਕੀ ਹੈ। ਬਾਕੀ ਇਹਦੇ ਵਿੱਚ ਵੀ ਅਗਰ ਆਪਾਂ ਫਿਜ਼ੀਕਲੀ ਹੈਂਡੀਕੈਪ ਦੀ ਗੱਲ ਕਰ ਲਈਏ ਤਾਂ ਵਿਜ਼ੂਅਲ ਦੀ 6 ਪੋਸਟਾਂ, ਹੀਅਰਿੰਗ ਦੀਆਂ ਵੀ 6 ਅਤੇ ਇੰਟੈਲੈਕਚੁਅਲ ਦੀਆਂ 9 ਪੋਸਟਾਂ, ਟੋਟਲ 21 ਪੋਸਟਾਂ ਨੇ ਜਿਹੜੀਆਂ ਇੱਥੇ ਖਾਲੀ ਪਈਆਂ ਨੇ। ਫਿਰ ਉਹੀ ਗੱਲ ਜੀ, ਫਿਜ਼ੀਕਲੀ ਹੈਂਡੀਕੈਪ ਦੀ ਪੋਸਟਾਂ ਨਾਲ ਕੀ ਕੀਤਾ ਜਾਏਗਾ ਉਹ ਤਾਂ ਲਿਸਟ ਆਉਣ 'ਤੇ ਹੀ ਪਤਾ ਚੱਲ ਸਕਦਾ ਹੈ। ਬਾਕੀ 39 ਸੀਟਸ ਤਾਂ ਜਿਹੜੀਆਂ ਇੰਗਲਿਸ਼ ਦੀਆਂ ਸਿੱਧੀਆਂ ਖਾਲੀ ਪਈਆਂ ਨੇ। ਬਾਕੀ ਇੰਗਲਿਸ਼ ਦਾ ਜਿਹੜਾ SS ਨਾਲ ਕੰਬੀਨੇਸ਼ਨ ਬਣ ਜਾਂਦਾ ਹੈਗਾ ਤਾਂ ਡਬਲਿੰਗ ਕਰਕੇ ਜਿਹੜੇ ਇੱਥੇ ਕੈਂਡੀਡੇਟਸ ਨਿਕਲਣਗੇ ਉਹਦੇ ਕਰਕੇ ਜਿਹੜੀ ਸੀਟਸ ਵੇਕੈਂਟ ਹੋ ਸਕਦੀਆਂ ਨੇ। ਬਾਕੀ ਸਿੱਧਾ 39 ਸੀਟਸ ਦਾ ਜਿਹੜੀਆਂ ਖਾਲੀ ਹੈਗੀਆਂ ਹੀ ਨੇ। ਇੱਥੇ ਤਾਂ ਇੱਕ ਲਿਸਟ ਹੋਰ ਆਉਣੀ ਬਣਦੀ ਹੀ ਹੈ। ਤਾਂ 39 ਸੀਟਸ ਦੇ ਤਾਂ ਇੱਕ ਲਿਸਟ ਜਿਹੜੀ ਆ ਉਹ ਹੋਰ ਜ਼ਰੂਰ ਆਏਗੀ, 5th ਲਿਸਟ ਜ਼ਰੂਰ ਆਏਗੀ ਇਸ ਸਬਜੈਕਟ ਦੀ। ਤਾਂ ਆਪਾਂ ਦੇਖਿਆ ਜੀ ਸਬਜੈਕਟ ਵਾਈਜ਼ ਸਾਇੰਸ, ਮੈਥ ਔਰ ਇੰਗਲਿਸ਼ ਦੀ 5th ਲਿਸਟ ਦੇ ਵਿੱਚ ਡੈਫੀਨੇਟਲੀ ਆਉਣੀ ਬਣਦੀ ਹੈ। ਕਾਫੀ ਸੀਟਸ ਹਲੇ ਵੇਕੈਂਟ ਪਈਆਂ ਨੇ। ਹਿੰਦੀ ਪੰਜਾਬੀ SS ਦੇ ਵਿੱਚ ਬਹੁਤ ਘੱਟ ਸੀਟਸ ਨੇ, ਇੱਕ 2 ਸੀਟਸ ਹੀ ਖਾਲੀ ਰਹਿ ਗਈਆਂ ਨੇ। ਆਈ ਥਿੰਕ ਉਹ ਜਿਨ੍ਹਾਂ ਦੀ ਸਕਰੂਟਨੀ ਹੋ ਚੁੱਕੀ ਹੈ ਉਹਨਾਂ ਦੇ ਵਿੱਚੋਂ ਸਿਲੈਕਟ ਹੋ ਜਾਣ, ਅਤੇ ਪਰ ਸਿਲੈਕਸ਼ਨ ਹੋਣ ਤੋਂ ਬਾਅਦ ਲਿਸਟ ਤਾਂ ਜ਼ਰੂਰ ਆਉਣੀ ਬਣਦੀ ਹੀ ਹੈ ਜਿੱਥੇ ਇੱਕ ਸੀਟ ਵੇਕੈਂਟ ਹੈਗੀ ਹੈ। ਬਾਕੀ ਇਹਨਾਂ ਦੀ ਵੀ ਜਿਹੜੀ ਹੈਗੀ ਹੈ ਮੈਥ, ਸਾਇੰਸ ਔਰ ਇੰਗਲਿਸ਼ ਦੀ 5th ਜਿਹੜੀ ਹੈਗੀ ਹੈ ਲਿਸਟ ਉਹ ਤਾਂ ਪੱਕਾ ਆਏਗੀ ਹੀ ਆਏਗੀ। ਜਿਹੜੀ ਸਿਲੈਕਸ਼ਨ ਮੈਥ ਦੀ ਆਪਾਂ ਕਹਿ ਲਈਏ ਤਾਂ 6th ਆ ਜਾਏਗੀ। ਬਾਕੀ ਸਾਰੇ ਸਬਜੈਕਟ ਦੀ 5th ਜਿਹੜੀ ਹੈ ਲਿਸਟ ਉਹ ਆਏਗੀ। ਤਾਂ ਹਾਂਜੀ, ਸਾਰੇ ਪੁੱਛ ਰਹੇ ਸੀ ਇੱਕ ਲਿਸਟ ਹੋਰ ਆਏਗੀ, ਤਾਂ ਡੈਫੀਨੇਟਲੀ ਇੱਕ ਲਿਸਟ ਜਿਹੜੀ ਸਾਰੇ ਸਬਜੈਕਟਸ ਦੀ ਉਹ ਹੋਰ ਆਏਗੀ। ਹਾਂਜੀ, ਅਤੇ ਇਹ ਸੀਗਾ ਐਨਾਲਿਸਿਸ ਸਾਰੇ ਹੀ ਸਬਜੈਕਟਸ ਦਾ। ਇੱਕ ਕਰਕੇ ਆਪਾਂ ਸਾਰੇ ਸਬਜੈਕਟਸ ਦਾ ਕੈਟੇਗਰੀ ਵਾਈਜ਼ ਐਨਾਲਿਸਿਸ ਦੇਖਿਆ। ਜਿਹੜੀ ਕੈਟੇਗਰੀਜ਼ ਦੇ ਵਿੱਚ ਸੀਟਸ ਵੇਕੈਂਟ ਸੀਗੀਆਂ ਉਹ ਮੈਂ ਤੁਹਾਨੂੰ ਇੱਥੇ ਸਾਰਿਆਂ ਦਾ ਸ਼ੋਅ ਕਰ ਦਿੱਤਾ ਹੈ। ਅਤੇ ਇੰਨਾ ਹੀ ਜਿਹੜੇ ਮੈंने ਸ਼ੋਅ ਕੀਤੇ ਇੰਨਾ ਹੀ ਕੈਟੇਗਰੀਜ਼ ਦੇ ਵਿੱਚ ਜਿਹੜੀ ਸੀਟਸ ਹੈਗੀਆਂ ਨੇ ਵੇਕੈਂਟ ਹੈਗੀਆਂ ਨੇ, ਜਿਹੜਾ ਲਿਸਟ ਦੇ ਅਕੋਰਡਿੰਗ ਅਗਰ ਆਪਾਂ ਦੇਖੀਏ। ਅਤੇ ਬਾਕੀ ਅਗਰ ਡਬਲਿੰਗ ਕਰਕੇ ਜਾਂ ਕਿਸੇ ਹੋਰ ਰੀਜ਼ਨ ਕਰਕੇ ਸੀਟਸ ਕਿਸੇ ਹੋਰ ਕੈਟੇਗਰੀ 'ਚੋਂ ਵੇਕੈਂਟ ਹੁੰਦੀਆਂ ਨੇ ਤਾਂ ਫਿਰ ਉਹਨਾਂ ਦੀ ਵੀ ਲਿਸਟ ਜਿਹੜੀ ਜਾਰੀ ਕੀਤੀ ਜਾਏਗੀ। ਇੱਕ ਲਿਸਟ ਤਾਂ ਹੋਰ ਸਾਰੀ ਹੀ ਸਬਜੈਕਟਸ ਦੀ ਆਉਣੀ ਬਣਦੀ ਹੈ। ਬਾਕੀ ਇਹ ਸਾਰਾ ਐਨਾਲਿਸਿਸ ਮੇਰੇ ਕੈਲਕੂਲੇਸ਼ਨ ਬੇਸ 'ਤੇ, ਨੌਲੇਜ ਬੇਸ 'ਤੇ ਤੁਹਾਡੇ ਨਾਲ ਸ਼ੇਅਰ ਕੀਤਾ। ਬਹੁਤ ਮਿਹਨਤ ਲੱਗਦੀ ਹੈ ਪੂਰਾ ਐਨਾਲਿਸਿਸ ਕਰਨ ਨੂੰ, ਇੱਕ ਵੀਡੀਓ ਬਣਾਉਣ ਨੂੰ। ਪਲੀਜ਼ ਵੀਡੀਓ ਨੂੰ ਲਾਈਕ ਕਰਿਓ, ਵੱਧ ਤੋਂ ਵੱਧ ਸ਼ੇਅਰ ਕਰਿਓ, ਅਤੇ ਫਿਰ ਵੀ ਜੇ ਕਿਤੇ ਕੋਈ ਕਮੀ ਰਹਿ ਗਈ ਹੋਵੇ ਜਾਂ ਕਿਤੇ ਕੋਈ ਕੈਲਕੂਲੇਸ਼ਨ ਬੇਸ ਕੋਈ ਗਲਤੀ ਹੋ ਗਈ ਹੋਵੇ ਤਾਂ ਪਲੀਜ਼ ਮਾਫ ਕਰ ਦਿਓ, ਕਿਉਂਕਿ ਹਿਊਮਨ ਐਰਰ, ਗਲਤੀ ਤਾਂ ਹਿਊਮਨ ਤੋਂ ਹੀ ਹੁੰਦੀ ਹੈ ਜੀ। ਜਦੋਂ ਮਿਹਨਤ ਬਹੁਤ ਲੱਗਦੀ ਹੈ ਬਣਾਉਣ ਲਈ, ਪਲੀਜ਼ ਵੀਡੀਓ ਨੂੰ ਲਾਈਕ ਕਰੋ, ਵੱਧ ਤੋਂ ਵੱਧ ਸ਼ੇਅਰ ਕਰਿਓ, ਨਾਲੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ, ਜਿਸ ਨਾਲ ਤੁਹਾਨੂੰ ਆਉਣ ਵਾਲੀਆਂ ਸਾਰੀ ਲੇਟੈਸਟ ਵੀਡੀਓ ਅਪਡੇਟ ਟਾਈਮ ਸਿਰ ਅਤੇ ਸਭ ਤੋਂ ਪਹਿਲਾਂ ਮਿਲੇਗੀ। ਥੈਂਕ ਯੂ।